ਗੁੱਡ ਮਾਰਨਿੰਗ ਸਟੂਡੈਂਟਸ। ਬੱਚਿਓ, ਇੰਗਲਿਸ਼ ਦਾ ਗ੍ਰਾਮਰ ਦਾ ਤੇ ਆਪਾਂ ਕਾਫੀ ਹੱਦ ਤੱਕ ਕਰ ਹੀ ਲਿਆ ਵਾ। ਕੁਝ ਇੱਕ ਦੋ ਪਾਰਟ ਰਹਿ ਗਏ ਨੇ। ਥੋੜ੍ਹੀ ਆਪਾਂ ਹੁਣ ਜਨਰਲ ਇੰਗਲਿਸ਼ ਦੀ ਬੁੱਕ ਸਟਾਰਟ ਕਰਦੇ ਹਾਂ, ਜਿਹਦਾ ਬੁੱਕ ਦਾ ਨਾਮ ਹੈਗਾ ਵਾ ਆ ਰੇਨਬੋ ਆਫ ਇੰਗਲਿਸ਼। 12th ਕਲਾਸ ਦੀ ਬੁੱਕ ਆ ਇਹ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਇਹੋ ਹੀ ਲੱਗਦੀ ਹੈ ਆਪਾਂ ਨੂੰ। ਇਹਦੇ ਵਿੱਚ ਆਪਾਂ ਅੱਜ ਕਰਾਂਗੇ, ਦੇਖੋ ਇਹਦੇ 3 ਪਾਰਟ ਆ: ਇੰਟੈਂਸਿਵ ਸਟੱਡੀ, ਪੋਇਟਰੀ ਸੈਕਸ਼ਨ, ਐਕਸਟੈਂਸਿਵ ਸਟੱਡੀ। ਆਪਾਂ ਫਸਟ ਚੈਪਟਰ ਕਰ ਲੱਗੇ ਹਾਂ ਹਸਨ ਅਟੈਂਡੈਂਸ ਪ੍ਰੋਬਲਮ, ਅਤੇ ਇਹਦਾ ਲੇਖਕ ਕੌਣ ਆ? ਸੁਧਾ ਮੂਰਤੀ। ਉਹਨਾਂ ਦੁਆਰਾ ਇਹ ਲਿਖਿਆ ਗਿਆ ਵਾ। ਥੋੜ੍ਹਾ ਥੋੜ੍ਹਾ ਕਰਦੇ ਹਾਂ ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਕੋਲ ਬੁੱਕਸ ਤਾਂ ਨਹੀਂ ਹੋਣੀਆਂ ਹਜੇ ਇੰਗਲਿਸ਼ ਦੀਆਂ, ਅਤੇ ਤੁਸੀਂ ਜਦੋਂ ਵੀ ਇਹ ਵੀਡੀਓ ਦੇਖੋਗੇ ਤਾਂ ਨਾਲ ਨਾਲ ਜੋ ਵੀ ਵਰਡ ਆ ਧਿਆਨ ਨਾਲ ਦੇਖਿਓ ਵੀ ਇੱਕ ਇਹਨੂੰ ਪੂਰਾ ਇਸ ਤਰ੍ਹਾਂ ਪੜ੍ਹਿਓ ਵੀ ਜਿੱਦਾਂ ਤੁਹਾਡੇ ਸਾਹਮਣੇ ਬੁੱਕ ਹੀ ਪਈ ਆ। ਥੋੜ੍ਹਾ ਥੋੜ੍ਹਾ ਕਰਾਊਂਗਾ। ਪਹਿਲਾਂ ਮੈਂ ਅੱਜ ਫਸਟ ਪੇਜ ਇਹਦਾ ਸਮਝਾਉਣਾ ਵਾ, ਨਾਲ ਨਾਲ ਆਪਾਂ ਇਹਨਾਂ ਨੂੰ ਵੀ ਕਵਰ ਕਰੀਏ। ਦੇਖਿਓ, ਸਾਡੇ ਚੈਪਟਰ ਦਾ ਨਾਮ ਹੈਗਾ ਵਾ ਹਸਨ ਅਟੈਂਡੈਂਸ ਪ੍ਰੋਬਲਮ। ਮੈਂ ਕੋਈ ਕੁਐਸਚਨ ਨਹੀਂ ਹਜੇ ਕਰਾਉਣ ਲੱਗਾ, ਜਿਹੜਾ ਤੁਸੀਂ ਲਿਖਣਾ ਵਾ ਕੁਝ ਤੁਸੀਂ ਬਸ ਮਨ ਲਾ ਕੇ 10-15 ਮਿੰਟ ਕੱਢ ਕੇ ਆਪਣੇ ਦਿਨ ਦੇ ਇਹ ਵੀਡੀਓ ਧਿਆਨ ਨਾਲ ਦੇਖਣੀ ਆ। ਹਰ ਇੱਕ ਗੱਲ, ਹਰ ਇੱਕ ਵਰਡ ਧਿਆਨ ਨਾਲ ਸੁਣਿਓ, ਕਹਾਣੀ ਆ, ਸਮਝ ਆਊਗੀ। ਚੈਪਟਰ ਦਾ ਨਾਮ ਹੈਗਾ ਵਾ ਹਸਨ ਅਟੈਂਡੈਂਸ ਪ੍ਰੋਬਲਮ। ਦੇਖੋ, ਨਾਮ ਤੋਂ ਕੁਝ ਕਲੀਅਰ ਹੁੰਦਾ ਪਿਆ। ਹਸਨ ਕੋਈ ਵਿਦਿਆਰਥੀ ਹੋਊਗਾ। ਇੱਥੇ ਵਿਦਿਆਰਥੀ ਅਤੇ ਅਧਿਆਪਕ ਅਤੇ ਸੁਸਾਇਟੀ, 3 ਚੀਜ਼ਾਂ ਦਾ ਕਿਤੇ ਨਾ ਕਿਤੇ ਰਿਲੇਸ਼ਨ ਹੋਣਾ ਵਾ। ਸਾਨੂੰ ਹੌਲੀ ਹੌਲੀ ਚੀਜ਼ਾਂ ਲੱਭਦੀਆਂ ਜਾਣਗੀਆਂ, ਸਾਨੂੰ ਕਲੀਅਰ ਹੋਣਗੀਆਂ। ਹਸਨ ਨਾਲ ਅਟੈਂਡੈਂਸ ਲਿਖਿਆ, ਫਿਰ ਹਸਨ ਕੋਈ ਵਿਦਿਆਰਥੀ ਆ, ਉਹਦੀ ਅਟੈਂਡੈਂਸ ਦੀ ਕੋਈ ਨਾ ਕੋਈ ਪ੍ਰੋਬਲਮ ਹੋਊਗੀ। ਕਿਹਦੇ ਦੁਆਰਾ ਲਿਖਿਆ ਗਿਆ ਵਾ? ਕਿਹੜੇ ਲੇਖਕ ਦੇ ਦੁਆਰਾ ਲਿਖਿਆ ਗਿਆ ਵਾ? ਸੁਧਾ ਮੂਰਤੀ ਦੇ ਦੁਆਰਾ। ਸੁਧਾ ਮੂਰਤੀ ਕੌਣ ਆ? ਆਪਾਂ ਉਹਦੇ ਦੁਆਰੇ ਥੋੜ੍ਹਾ ਕੁ ਪੜ੍ਹਦੇ ਹਾਂ। ਮਿਸਿਸ ਸੁਧਾ ਮੂਰਤੀ ਇਜ਼ ਅ ਟੀਚਰ। ਸੁਧਾ ਮੂਰਤੀ ਇੱਕ ਅਧਿਆਪਕ ਆ, ਹੁਣ ਵੀ ਹੈਗੀ ਆ। ਇਹ ਅਧਿਆਪਕ ਆ, ਸੋਸ਼ਲ ਵਰਕਰ ਆ, ਸਮਾਜਿਕ ਕੰਮਕਾਜ ਕਰਦੀ ਰਹਿੰਦੀ, ਲੋਕਾਂ ਦੀ ਦੇਖ ਰੇਖ ਜੋ ਵੀ ਆ, ਚੰਗੀ ਲੇਡੀ ਆ। ਇੱਕ ਫਿਲੈਂਥੋਪਿਸਟ ਹੁੰਦਾ ਵਾ, ਪਰਉਪਕਾਰੀ, ਜਿਹੜੇ ਕਿਸੇ 'ਤੇ ਦਇਆ ਕਰਦੇ, ਕਾਈਂਡ ਲੇਡੀ ਆ, ਕੋਈ ਵਧੀਆ ਏ। ਹਰ ਵਰਕ ਸਪੀਕ ਮੋਰ ਦੈਨ ਐਨੀ ਵਰਡਸ ਵਿਲ। ਉਹਦਾ ਜਿਹੜਾ ਕੰਮ ਆ ਉਹੀ ਬੋਲਦਾ ਏ ਵੀ ਇੰਨੇ ਵਧੀਆ ਉਹਨੇ ਕੰਮ ਕੀਤੇ ਆ। ਸੁਸਾਇਟੀ ਵਿੱਚ ਇੱਕ ਮੰਨੀ ਪ੍ਰਮੰਨੀ ਲੇਡੀ ਆ ਉਹ, ਜਿਹਦੇ ਨਾਲ ਉਹਦੀ ਮੈਰਿਜ ਹੋਈ ਆ। ਉਹਦਾ ਸਪਾਊਸ ਕੌਣ ਆ? ਮਿਸਟਰ ਨਾਰਾਇਣ ਮੂਰਤੀ। ਮਿਸਟਰ ਨਾਰਾਇਣ ਮੂਰਤੀ ਉਹਦੇ ਹਸਬੈਂਡ ਦਾ ਨਾਮ ਆ, ਜਿਹੜਾ ਕਿਸ ਕੰਪਨੀ ਦਾ ਮਾਲਕ ਆ? ਇਨਫੋਸਾਈਸਿਸ। ਇਨਫੋਸਾਈਸਿਸ ਕੋਈ ਕੰਪਨੀ ਆ, ਕੋਈ ਮਲਟੀਨੈਸ਼ਨਲ ਕੰਪਨੀ ਹੋਊਗੀ ਇਸ ਤਰ੍ਹਾਂ ਦੀ। ਉਹਦਾ ਰਚਨਾਤਰਤਾ ਜੋ ਵੀ ਹੈਗਾ ਉਹਦਾ ਮਾਲਕ ਆ ਇਹ ਮਿਸਟਰ ਨਾਰਾਇਣ ਮੂਰਤੀ। ਹਰ ਕੰਟਰੀਬਿਊਸ਼ਨ ਹਰ ਸੁਧਾ ਮੂਰਤੀ ਲਈ ਆਇਆ ਵਾ। ਉਹਦਾ ਜਿਹੜਾ ਯੋਗਦਾਨ ਆ ਸੁਧਾ ਮੂਰਤੀ ਦਾ, ਪਰਿਵਾਰ ਪ੍ਰਤੀ, ਕੰਪਨੀ ਪ੍ਰਤੀ, ਸੰਸਾਰ ਪ੍ਰਤੀ, 3 ਵਰਡ ਆਏ ਇੱਥੇ। ਉਹਦਾ ਜਿਹੜਾ ਯੋਗਦਾਨ ਆ ਆਪਣੇ ਪਰਿਵਾਰ ਪ੍ਰਤੀ, ਕੰਮਕਾਜ ਪ੍ਰਤੀ, ਸੰਸਾਰ ਪ੍ਰਤੀ, ਅਮੈਂਸ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਮਾਤਰਾ ਵਿੱਚ, ਵੀ ਬੜਾ ਯੋਗਦਾਨ, ਹਰ ਇੱਕ ਫੀਲਡ ਵਿੱਚ ਉਹਨੇ ਬੜਾ ਯੋਗਦਾਨ ਪਾਇਆ ਸੁਧਾ ਮੂਰਤੀ ਨੇ। ਬੜੀ ਵਧੀਆ ਲੇਡੀ ਆ ਉਹ। ਹਰ ਹੰਬਲਨੈਸ ਰਿਫਲੈਕਟ ਇਨ ਹਰ ਰਾਈਟਿੰਗ ਹਸਨ ਅਟੈਂਡੈਂਸ ਪ੍ਰੋਬਲਮ। ਅਤੇ ਆਹ ਜਿਹੜੀ ਜੋ ਵੀ ਆਪਾਂ ਪੜ੍ਹਾਂਗੇ ਇਹ ਚੈਪਟਰ ਹਸਨ ਅਟੈਂਡੈਂਸ ਪ੍ਰੋਬਲਮ, ਉਹਦੇ ਵਿੱਚ ਉਹਨੇ ਡਿਸਕਰਾਈਬ ਕੀਤਾ ਵਾ ਵੀ ਜੇਕਰ ਆਪਾਂ ਥਿੰਗਸ ਨੂੰ ਸੀਰੀਅਸਲੀ ਨਹੀਂ ਲੈਂਦੇ, ਕੰਮ ਨੂੰ ਚੱਜ ਨਾਲ ਨਹੀਂ ਕਰਦੇ, ਗਿਆਨ ਤੋਂ ਬਿਨਾਂ ਹੀ ਕੰਮ ਨੂੰ ਕਰਨ ਡਹਿ ਪੈਂਦੇ ਆ, ਅਤੇ ਫਿਰ ਸਾਨੂੰ ਉਹਦਾ ਕੋਈ ਵੀ ਫਾਇਦਾ ਨਹੀਂ ਹੁੰਦਾ, ਨੁਕਸਾਨ ਹੁੰਦਾ। ਵੀ ਸਾਨੂੰ ਇਸ ਚੈਪਟਰ ਵਿੱਚ ਸਮਝਾਇਆ ਜਾਣਾ ਵੀ ਜੇਕਰ ਆਪਾਂ ਸੀਰੀਅਸ ਨਹੀਂ ਹੁੰਦੇ ਕਿਸੇ ਕੰਮ ਪ੍ਰਤੀ, ਜੋ ਵੀ ਸਾਡੇ ਕੋਲ ਚੀਜ਼ ਆ, ਜੇ ਉਹਦੇ ਪ੍ਰਤੀ ਸੀਰੀਅਸ ਨਹੀਂ ਹੁੰਦੇ ਤਾਂ ਸਾਨੂੰ ਉਹਦੇ ਕੀ ਨੁਕਸਾਨ ਹੁੰਦੇ ਆ। ਜੇਕਰ ਆਪਾਂ ਕੰਮ ਕਰਦੇ ਰਹਿੰਦੇ ਹਾਂ, ਮੰਨ ਲਓ ਆਪਾਂ ਪੜ੍ਹਾਈ ਕਰਦੇ ਪਏ ਸਿਰਫ ਨੰਬਰਾਂ ਲਈ, ਮਾਰਕਸ ਲਈ, ਨੌਲੇਜ ਲਈ ਨਹੀਂ ਪੜ੍ਹਦੇ ਪਏ, ਉਹਦਾ ਵੀ ਨੁਕਸਾਨ ਹੋਊਗਾ। ਜੇਕਰ ਆਪਾਂ ਕੰਮ ਕਰਦੇ ਪਏ ਆ ਵੀ ਪੈਸਾ ਬਣੀ ਜਾਵੇ, ਉਹ ਵੀ ਕਿਸੇ ਕੰਮ ਸਾਨੂੰ ਕੋਈ ਉਹਦਾ ਚੰਗਾ ਰਿਜ਼ਲਟ ਨਹੀਂ ਮਿਲਣਾ, ਵੀ ਸਾਨੂੰ ਉਹਨੇ ਕਿਸੇ ਵੱਲ ਨਹੀਂ ਲੈ ਕੇ ਜਾਣਾ। ਵਿਲ ਲੀਡ ਵਨ ਨੋਵੇਅਰ। ਸ਼ੀ ਐਕਸਪਲੇਨ ਇਟ ਵਿਦ
ਆ ਲਿਖਿਆ ਵਾ ਕੁਇੰਟ ਏਜੈਂਸ਼ੀਅਲ ਨੂੰ ਤੁਸੀਂ ਪਰਫੈਕਟ ਇਹਦਾ ਸਿਨੋਨੀਅਮ ਹੈ ਇਹ ਵੀ ਵਰਤ ਸਕਦੇ ਆ। ਉਹਨੇ ਸਾਨੂੰ ਐਕਸਪਲੇਨ ਕੀਤਾ ਇੱਕ ਬੜੀ ਪਰਫੈਕਟ ਐਗਜ਼ਾਮਪਲ ਲੈ ਕੇ ਕਿਸੇ ਬੱਚੇ ਦੀ, ਜਿਸ ਬੱਚੇ ਦਾ ਨਾਮ ਕੀ ਸੀ, ਹਸਨ, ਜਿਹੜਾ ਜ਼ਿਆਦਾਤਰ ਉਹਨੇ ਕਲਾਸਿਸ ਨੂੰ ਬੰਕ ਹੀ ਕੀਤਾ ਸੀ, ਕਦੀ ਵੀ ਉਹ ਕਲਾਸ ਦੇ ਵਿੱਚ ਸੀਰੀਅਸ ਨਹੀਂ ਹੋਇਆ, ਕਦੀ ਉਹਨੇ ਅਟੈਂਡ ਹੀ ਨਹੀਂ ਕੀਤੀ ਸੀਰੀਅਸ ਹੋ ਕੇ ਕਲਾਸ। ਉਹਦੀ ਐਗਜ਼ਾਮਪਲ ਦੇ ਕੇ ਸਾਨੂੰ ਇਸ ਸੁਧਾ ਮੂਰਤੀ ਨੇ ਸਮਝਾਇਆ ਵਾ ਵੀ ਕੀ ਸਾਨੂੰ ਨੁਕਸਾਨ ਹੋਊਗਾ ਜੇਕਰ ਆਪਾਂ ਥਿੰਗਸ ਨੂੰ ਸੀਰੀਅਸਲੀ ਨਹੀਂ ਲੈਂਦੇ। ਚੈਪਟਰ ਸਟਾਰਟ ਕਰਦੇ ਹਾਂ। ਫॉर ਮੈਨੀ ਈਅਰਸ ਨਾਓ I have been teaching computer science to students studying for the master in computer application at a college in Bangalore। ਉਹ ਕਹਿੰਦੀ ਆ ਵੀ ਅੱਜ ਤੋਂ ਜਿੱਦਾਂ ਉਹਨੂੰ ਕਿੰਨੇ ਸਾਲ ਹੋ ਚੁੱਕੇ ਆ, ਉਹ ਪੜ੍ਹਾਉਂਦੀ ਪਈ ਆ ਕਿਹੜਾ ਸਬਜੈਕਟ, ਕੰਪਿਊਟਰ ਸਾਇੰਸ ਸਬਜੈਕਟ ਨੂੰ ਪੜ੍ਹਾਉਂਦੀ ਪਈ ਆ। ਕਿੰਨਾ ਬੱਚਿਆਂ ਨੂੰ ਪੜ੍ਹਾਉਂਦੀ ਆ ਜਿਹੜੇ MCA ਦਾ ਕੋਰਸ ਕਰਦੇ ਆ, ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਦਾ। ਕਿਸ ਕਾਲਜ ਵਿੱਚ ਕੋਰਸ ਕਰਦੇ ਆ? ਬੈਂਗਲੌਰ ਦੇ ਕਾਲਜ ਵਿੱਚ। ਆਈ ਹੈਵ ਇੰਟਰੈਕਟਿਡ ਵਿਦ ਮੈਨੀ ਸਟੂਡੈਂਟਸ। ਉਹ ਆਖਦੀ ਆ ਵੀ ਮੇਰਾ ਬੜੇ ਬੱਚਿਆਂ ਨਾਲ ਵਾਹ ਪਿਆ ਵਾ, ਬੜਿਆਂ ਨਾਲ ਇੰਟਰੈਕਸ਼ਨ ਇਹਦੀ ਹੁੰਦੀ ਰਹਿੰਦੀ ਆ, ਇਹਦੀ ਲਾਈਫ 'ਚ ਬੜੇ ਬੱਚੇ ਆਏ ਨੇ। ਐਂਡ ਦੋ ਇਟ ਇਜ਼ ਨੋਟ ਪੋਸੀਬਲ ਟੂ ਰਿਮੈਂਬਰ ਆਲ ਆਫ ਦੈਮ ਨਾਓ। ਵੀ ਉਹ ਫਿਰ ਵੀ ਉਹਨੂੰ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਜਿੱਦਾਂ ਕਿੰਨੇ ਬੱਚਿਆਂ ਨਾਲ ਉਹਦੀ ਇੰਟਰੈਕਸ਼ਨ ਹੁੰਦੀ ਰਹੀ ਆ, ਸਾਰਿਆਂ ਨੂੰ ਰਿਮੈਂਬਰ ਯਾਦ ਰੱਖਣਾ ਜਿਹੜਾ ਬੜਾ ਮੁਸ਼ਕਿਲ ਆ, ਨਾਮੁਮਕਿਨ ਆ ਇੱਕ ਹਿਸਾਬ ਦਾ। The memories of some are etched in my head। ਕੁਝ ਬੱਚਿਆਂ ਦੀਆਂ ਯਾਦਾਂ ਜਿਹੜੀਆਂ ਹਜੇ ਵੀ ਉਹਦੇ ਦਿਮਾਗ 'ਚ ਰਹਿੰਦੀਆਂ ਵਾ। ਇਸ ਕਰਕੇ ਨਹੀਂ, ਦਿਸ ਇਜ਼ ਨੋਟ ਬਿਕੋਜ਼, ਅੱਗੇ ਉਹਨੇ ਕੰਟੀਨਿਊ ਕੀਤਾ ਵਾ ਵੀ ਇਸ ਕਰਕੇ ਬੱਚੇ ਯਾਦ ਨਹੀਂ ਰਹਿੰਦੇ ਕਿਉਂਕਿ ਉਹ ਹੁਸ਼ਿਆਰ ਹੀ। ਵੀ ਇਹ ਦੇਖੋ, ਇਹ ਨਹੀਂ ਕੋਈ ਵੀ ਹੁੰਦਾ ਵੀ ਕੋਈ ਬੱਚਾ ਫਸਟ ਆਉਂਦਾ ਵਾ ਜਾਂ ਬੜਾ ਬ੍ਰਿਲੀਅੰਟ ਆ ਤਾਂ ਹੀ ਸਾਨੂੰ ਯਾਦ ਰਵੇ। ਕਈ ਬੱਚਿਆਂ ਦੇ ਐਕਸ਼ਨ ਇੱਦਾਂ ਦੇ ਹੁੰਦੇ ਆ ਵੀ ਉਹ ਭਾਵੇਂ ਪੜ੍ਹਨ 'ਚ ਕਮਜ਼ੋਰ ਹੀ ਹੁੰਦੇ ਪਰ ਬੜੇ ਵਧੀਆ ਕੰਮ ਕਰ ਜਾਂਦੇ, ਸਦਾ ਯਾਦ ਰਹਿੰਦੇ ਨੇ। ਕਿਹਾ ਕੀ ਉਹਨਾਂ ਨੇ ਵੀ ਇਸ ਕਰਕੇ ਨਹੀਂ ਆ ਵੀ ਉਹ ਹੁਸ਼ਿਆਰ ਆ ਅਤੇ ਸਾਨੂੰ ਯਾਦ ਰਹਿੰਦੇ ਆ, ਹੁਸ਼ਿਆਰ ਤੋਂ ਬਿਨਾਂ ਵੀ ਉਹਨਾਂ ਨੇ ਕਿਹਾ ਵਾ ਵੀ ਕੁਝ ਬਾਕੀਆਂ ਨਾਲੋਂ ਵੱਖਰੇ ਹੀ। ਸਮਥਿੰਗ ਇਨ ਦੈਮ ਵਾਜ਼ ਵੈਰੀ ਡਿਫਰੈਂਟ ਫਰੋਮ ਦਾ ਅਦਰ, ਤਾਂ ਕਰਕੇ ਇਹਨੂੰ ਕੁਝ ਬੱਚੇ ਯਾਦ ਰਹਿੰਦੇ ਨੇ। ਇਹਨੇ ਸਮਝਾਇਆ ਵਾ ਅੱਗੇ ਸਾਨੂੰ ਕੀ ਦੱਸਿਆ ਇਹਨੇ, ਕਹਿੰਦੀ ਆ ਵੀ ਜਦੋਂ ਮੇਰਾ ਪਹਿਲਾ ਬੈਚ ਸੀ, ਇੱਕ ਬੱਚਾ ਹੀ ਬੜਾ ਬਰਾਈਟ ਬॉय ਕਹਿ ਲਓ ਵੀ ਬੜਾ ਹੁਸ਼ਿਆਰ ਬੁੱਧੀਮਾਨ ਬੱਚਾ ਹੀ, ਜਿਹਦਾ ਨਾਮ ਕੀ ਹੀ, ਹਸਨ। ਉਹਦੇ ਬਾਰੇ ਦੱਸਣ ਲੱਗੀ ਆ, ਹੀ ਵਾਸ ਟਾਲ, ਲੰਬਾ ਹੀ, ਹੈਂਡਸਮ, ਸੋਹਣਾ ਹੀ, ਅਤੇ ਬੜੀ ਉਹਦੀ ਯਾਦ ਸ਼ਕਤੀ ਬਹੁਤ ਵਧੀਆ ਹੀ, ਵਿਦ ਅ ਵੈਰੀ ਗੁੱਡ ਮੈਮਰੀ। ਹੀ ਕੇਮ ਫਰੋਮ ਐਨ ਐਫਲੂਐਂਟ ਫੈਮਿਲੀ। ਐਫਲੂਐਂਟ ਹੁੰਦੀ ਪੈਸੇ ਵਾਲਾ ਪਰਿਵਾਰ, ਧਨਵਾਨ ਪਰਿਵਾਰ, ਵੀ ਜਿਹੜਾ ਚੰਗੇ ਮਤਲਬ ਰਹੀਸ ਪਰਿਵਾਰ ਹੁੰਦੇ ਆ ਉਹ 'ਚੋਂ ਬੱਚਾ ਆਇਆ ਹੀ ਉਹ। ਵੇਅਰ ਹੀ ਵਾਸ ਦਾ ਓਨਲੀ ਸਨ, ਉਹਨਾਂ ਦਾ ਕੱਲਾ ਬੇਟਾ ਹੀ ਇਹ। ਇਨੀਸ਼ੀਅਲੀ ਆਈ ਡਿਡਨਟ ਕਮ ਟੂ ਨੋ ਆਫ ਹਿਸ ਐਗਜ਼ਿਸਟੈਂਟ ਐਟ ਆਲ। ਸ਼ੁਰੂ ਹੀ ਤੈਨੂੰ ਪਤਾ ਨਹੀਂ ਲੱਗਾ ਵੀ ਹਸਨ ਕੌਣ ਆ, ਹਸਨ ਆਉਂਦਾ ਵੀ ਆ ਕਿ ਨਹੀਂ। ਕਿਉਂ ਨਹੀਂ ਪਤਾ ਲੱਗਾ ਹਸਨ ਬਾਰੇ? ਕਿਉਂਕਿ ਉਹ ਆਉਂਦਾ ਹੀ ਨਹੀਂ, ਉਹ ਕਲਾਸ ਅਟੈਂਡ ਹੀ ਨਹੀਂ ਕਰਦਾ। ਆਈ ਨੋਰਮਲੀ, ਫਿਰ ਇਹ ਦੱਸਦੀ ਆ ਵੀ ਇਹ ਅੱਗੇ ਇਹਨੇ ਦੱਸਣਾ ਸਾਨੂੰ ਵੀ ਇਹ ਕਲਾਸ ਕਿਹੜੇ ਸਮੇਂ 'ਤੇ ਸਟਾਰਟ ਕਰਦੀ ਸੀ। ਇਹਦੀ ਜਿਹੜੀ ਪਹਿਲੀ ਕਲਾਸ ਹੁੰਦੀ ਸੀ ਦਿਨ ਦੀ, ਉਹ 9 ਵਜੇ ਸਟਾਰਟ ਹੁੰਦੀ ਸੀ। ਦੇਖੋ, ਇਹਨੂੰ ਆਪਾਂ ਸ਼ਡਿਊਲ ਕਹਿੰਦੇ ਜ਼ਿਆਦਾਤਰ, ਪਰ ਇਹ ਹੁੰਦਾ ਸਕੈਜੂਅਲ ਕਰਕੇ ਬੋਲਦੇ ਹਾਂ ਆਪਾਂ। ਹੁਣ ਇਹਦੀ ਕਲਾਸ ਜਿਹੜੀ ਆ 9 ਵਜੇ ਸਟਾਰਟ ਹੋ ਜਾਂਦੀ ਸੀ, ਦੱਸਣ ਦੀ ਆਪਣਾ ਸਾਰਾ ਟਾਈਮ ਟੇਬਲ ਜਿਹਾ। ਦੂਸਰੀ ਕਲਾਸ ਜਿਹੜੀ ਆ ਉਹ ਕਿੰਨੇ ਵਜੇ ਸਟਾਰਟ ਹੁੰਦੀ? 10 ਵਜੇ। ਅਤੇ ਇਹ ਟਾਈਮ ਨੂੰ ਪ੍ਰੈਫਰ ਤਾਂ ਕਰਦੀ ਕਿਉਂਕਿ ਮੋਰਨਿੰਗ ਟਾਈਮ ਹੈ, ਸਵੇਰ ਦੇ ਟਾਈਮ ਇਹ 2 ਲੈਕਚਰ ਲਾਉਂਦੀ ਹੁੰਦੀ ਸੀ। ਕਿਉਂਕਿ ਇਹਨੇ ਅੱਗੇ ਦੱਸਿਆ ਵੀ ਇਹ ਕਿਉਂ ਪ੍ਰੈਫਰ ਕਰਦੀ ਸੀ ਇਹ ਸਮਾਂ, ਕਿਉਂਕਿ ਇਸ ਸਮੇਂ ਜਿਹੜੇ ਬੱਚੇ ਆ ਉਹ ਬੜੇ ਫਰੈਸ਼ ਹੁੰਦੇ ਨੇ, ਬੜਾ ਧਿਆਨ ਦੇ ਕੇ ਉਹ ਚੀਜ਼ਾਂ ਨੂੰ ਸਮਝਦੇ ਨੇ, ਅਟੈਂਟਿਵ ਹੁੰਦੇ ਆ, ਸੁਚੇਤ ਹੁੰਦੇ ਆ। ਜੋ ਵੀ ਕੋਈ ਅਧਿਆਪਕ ਦੱਸਦਾ ਵਾ ਉਹ ਚੀਜ਼ਾਂ ਬੜੀ ਜਲਦੀ ਉਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਇਹ ਸਮੇਂ ਦੇ ਵਿੱਚ ਬੱਚੇ। ਜਿੱਦਾਂ ਜੇ ਬ੍ਰੇਕ ਤੋਂ ਬਾਅਦ ਲੈਕਚਰ ਲਾਈਏ ਤਾਂ ਬੱਚਿਆਂ ਦੀ ਸੁਚੇਤਨਾ ਜਿਹੜੀ ਅਟੈਂਟਿਵ ਜਿਹੜੀ ਘਟਦੀ ਜਾਂਦੀ ਹੈ, ਤਾਂ ਕਰਕੇ ਇਹ ਮੋਰਨਿੰਗ ਟਾਈਮ ਨੂੰ ਪ੍ਰੈਫਰ ਕਰਦੀ ਹੈ। Once in a while, Hassan would turn up, particularly if there was a class test during examination। ਹਸਨ ਜਿਹੜਾ ਵਾ ਇਹਨੂੰ ਕਦੋਂ ਨਜ਼ਰ ਆਉਂਦਾ ਸੀ? ਜਾਂ ਤਾਂ ਕਦੀ ਕੋਈ ਕਲਾਸ ਟੈਸਟ ਹੁੰਦਾ ਸੀ ਉਦੋਂ ਹਸਨ ਬਾਰੇ ਇਹਨੂੰ ਥੋੜ੍ਹਾ ਪਤਾ ਲੱਗਦਾ ਸੀ, ਜਾਂ ਜਦੋਂ ਪੇਪਰ ਹੁੰਦੇ ਸੀ। ਅਤੇ ਇਹ ਉਹਨੂੰ ਮਿਲਦੀ ਹੁੰਦੀ ਸੀ ਜ਼ਿਆਦਾਤਰ ਜਦੋਂ ਅਟੈਂਡੈਂਸ ਸ਼ਾਰਟੇਜ ਮੀਟਿੰਗ ਹੁੰਦੀ ਸੀ ਕਾਲਜ ਵਿੱਚ ਜ਼ਿਆਦਾਤਰ ਇਹ
ਚੀਜ਼ ਹੁੰਦੀ ਆ, ਜਦੋਂ ਰੋਲ ਨੰਬਰ ਮਿਲਦੇ ਬੱਚਿਆਂ ਨੂੰ, ਐਡਮਿਟ ਕਾਰਡ ਮਿਲਦੇ ਆ, ਉਦੋਂ ਅਟੈਂਡੈਂਸ ਜਿਹੜੀ ਚੈੱਕ ਕੀਤੀ ਜਾਂਦੀ ਕਿਸੇ ਦੀ ਕਿੰਨੇ ਪਰਸੈਂਟ ਆ। ਤੇ ਹਸਨ ਤੇ ਆਉਂਦਾ ਨਹੀਂ ਸਕੂਲ ਜ਼ਿਆਦਾਤਰ, ਤੇ ਜਦੋਂ ਹਸਨ ਦੀ ਅਟੈਂਡੈਂਸ ਸ਼ਾਰਟੇਜ ਹੁੰਦੀ ਸੀ, ਇਹ ਆਪਣੇ ਟੀਚਰ ਨੂੰ ਮਿਲਦਾ ਹੁੰਦਾ ਸੀ, ਉਹਨਾਂ ਨੂੰ ਤਰਲੇ ਮਾਰਦਾ ਹੁੰਦਾ ਸੀ ਵੀ ਉਹ ਉਹਦੀ ਅਟੈਂਡੈਂਸ ਪੂਰੀ ਕਰ ਦੇਣ ਤਾਂ ਕਿ ਉਹਨੂੰ ਰੋਲ ਨੰਬਰ ਮਿਲ ਜੇ। ਆ ਵੇਖੋ ਇਹੋ ਲਿਖਿਆ, ਹੀ ਵੁੱਡ ਬੈਗ ਫॉर ਦਾ ਅਟੈਂਡੈਂਸ। ਹਸਨ ਜਿਹੜਾ ਵਾ ਉਹ ਤਰਲੇ ਮਾਰਦਾ ਹੀ ਆਪਣੀ ਅਟੈਂਡੈਂਸ ਦੇ ਲਈ, in such a manner that it was very difficult for me to say no। ਵੀ ਉਹ ਇਸ ਤਰ੍ਹਾਂ ਤਰਲੇ ਮਾਰਦਾ ਹੁੰਦਾ ਸੀ ਵੀ ਸੁਧਾ ਮੂਰਤੀ ਲਈ ਬੜਾ ਔਖਾ ਸੀ ਉਹਨੂੰ ਮਨਾ ਕਰਨਾ। ਕਈ ਵਾਰ ਤੇ ਇਹ ਬੜੀ ਅਪਸੈਟ ਹੁੰਦੀ ਸੀ, ਨਿਰਾਸ਼ ਹੁੰਦੀ ਸੀ ਤੇ ਉਹਨੂੰ ਮਨਾ ਕਰ ਦਿੰਦੀ ਸੀ, ਤੇ ਉਹਨੂੰ ਕਹਿੰਦੀ ਸੀ ਵੀ ਮੈਂ ਤੇਰੀ ਅਟੈਂਡੈਂਸ ਪੂਰੀ ਨਹੀਂ ਕਰਨੀ। ਵੀ ਅਨੁਸ਼ਾਸਨ ਵੀ ਤੇ ਹੋਣਾ ਚਾਹੀਦਾ ਵਾ। ਇਸ ਤਰ੍ਹਾਂ ਆਪਾਂ ਬੱਚੇ ਦੀ ਕਿੱਦਾਂ ਅਟੈਂਡੈਂਸ ਪੂਰੀ ਕਰਦੀ, ਵੀ ਉਹਦਾ ਇਸ ਤਰ੍ਹਾਂ ਦਾ ਹੁੰਦਾ ਸੀ, ਮਤਲਬ ਉਹ ਕਹਿੰਦੀ ਦੇਅਰ ਸ਼ੁੱਡ ਬੀ ਡਿਸਿਪਲਿਨ, ਕੋਈ ਨਾ ਕੋਈ ਅਨੁਸ਼ਾਸਨ ਹੋਣਾ ਚਾਹੀਦਾ ਵਾ, ਮੈਂ ਤੇਰੀ ਅਟੈਂਡੈਂਸ ਪੂਰੀ ਨਹੀਂ ਕਰ ਸਕਦੀ। ਫਿਰ ਹਸਨ ਅੱਗਿਓਂ ਕੀ ਕਹਿੰਦਾ ਸੀ, ਯੈਸ ਮੈਡਮ, ਹਾਂ ਮੈਡਮ। ਹੀ ਵੁੱਡ ਰਿਪਲਾਈ ਅਪੋਲੋਜੈਟਿਕਲੀ, ਵੀ ਉਹ ਮਾਫੀ ਦੀ ਭਾਵਨਾ ਨਾਲ ਰਿਪਲਾਈ ਕਰਦਾ ਹੁੰਦਾ ਸੀ ਵੀ ਆਂਦਾ ਪਾਰਡਨ ਮੀ, ਮੈਨੂੰ ਮਾफ़ ਕਰੋ, ਅਗਲੇ ਸਮੈਸਟਰ ਤੋਂ ਮੈਂ ਅਟੈਂਡ ਕਰੂੰਗਾ ਤੁਹਾਡੀ ਕਲਾਸ। ਵੀ ਉਹਨੂੰ ਵਾਅਦਾ ਕਰਕੇ ਜਾਂਦਾ ਵੀ ਮੈਂ ਡੈਫੀਨੇਟਲੀ ਤੁਹਾਡੀ ਕਲਾਸ ਲਾਇਆ ਕਰਾਂਗਾ, ਕੀ ਤੁਸੀਂ ਮੈਨੂੰ ਮਾफ़ ਨਹੀਂ ਕਰ ਸਕਦੇ ਇਸ ਵਾਰ। ਟੂ ਐਰ ਇਜ਼ ਹਿਊਮਨ ਟੂ ਫੋਰਗਿਵ ਇਜ਼ ਡਿਵਾਈਨ। ਵੀ ਉਹ ਫਿਰ ਕਹਿੰਦਾ ਵੀ ਮਨੁੱਖ ਤਾਂ ਗਲਤੀ ਦਾ ਪੁਤਲਾ ਵਾ, ਤੇ ਮਾफ़ ਕਰਨਾ ਦੇਵਤਿਆਂ ਦਾ ਕੰਮ ਆ। ਵੀ ਇੱਦਾਂ ਦਾ ਉਹ ਇੱਕ ਅਖਾਣ ਜਿਹਾ ਬੋਲਦਾ ਹੁੰਦਾ ਸੀ, ਯੂ ਹੈਵ ਓਨਲੀ ਟੌਟ ਅਸ ਦਿਸ, ਵੀ ਤੁਸੀਂ ਵੀ ਤੇ ਕਹਿੰਦੇ ਹੀ ਆ। ਠੀਕ ਹੈ, ਅੱਜ ਆਪਾਂ ਸਿਰਫ ਇੰਨਾ ਕਰਾਂਗੇ, ਨੈਕਸਟ ਪੇਜ ਕੱਲ੍ਹ ਦੇਖਾਂਗੇ। ਜ਼ਰੂਰ ਧਿਆਨ ਨਾਲ ਪੂਰਾ ਮਨ ਲਾ ਕੇ ਇਹ ਚੀਜ਼ਾਂ ਪੜ੍ਹਿਓ। ਥੈਂਕ ਯੂ।